Hello friends, my name is Jagjot Singh and again I welcome you all to my YouTube channel Jagjot Tutorial Physics, and now we are going for 10th class topic heating effects of electric current. In this case ਤੁਸੀਂ ਬੇਟਾ ਸੋਚ ਕੇ ਦੇਖੋ ਥੋੜੀ ਜਿਹੀ ਚੀਜ਼ ਨੂੰ ਕਿ ਹੀਟਿੰਗ ਇਫੈਕਟ ਕੋਈ ਡਿਵਾਈਸ ਕਿਵੇਂ ਦਿੰਦਾ ਹੋਵੇਗਾ। ਆਪਾਂ ਦਿਮਾਗ ਦੇ ਵਿੱਚ ਹੀ ਰੱਖਣੀ ਹੈ ਕਿ ਕੋਈ ਡਿਵਾਈਸ ਆ, ਉਸ ਡਿਵਾਈਸ ਨੂੰ ਅਸੀਂ बैटरी दी हुई है, बैटरी लगाई हुई है, तो हीट किवें देगा। प्रैक्टिकल सिंपल जे केसिस है घरां दे विच जो असीं देखदे हां। बेस्ट है कि तुसीं मे बी हुण रात कट्टी होगी, फैनस चलदे होणगे, सुबह तक फैन अगर सारी रात फैन चलदा होवे तो सुबह तक फैन गर्म हो जाता है। ठीक है, उस तरीके दे नाल कोई भी लाइट होएगी, कोई बल्ब होएगा, कोई LED होएगी, ਉਸ ਨੂੰ ਵੀ ਲਗਾਤਾਰ ਅਸੀਂ ਚਲਾਉਂਦੇ ਰਹੀਏ ਤਾਂ ਹੌਲੀ ਹੌਲੀ ਕੀ ਹੋ ਜਾਂਦਾ, ਉਹ ਵੀ ਹੀਟ ਦੇਣ ਲੱਗ ਪੈਂਦਾ ਹੈ। देयरफॉर हर एक डिवाइस ਨੂੰ ਚਲਾਉਣਾ ਤੇ ਉਸ ਡਿਵਾਈਸ ਤੋਂ ਬਾਅਦ ਚ ਹੀਟ ਨੂੰ ਮਹਿਸੂਸ ਕਰਨਾ, ਤਾਂ ਉਹ ਚੀਜ਼ ਕਿਵੇਂ ਆਉਂਦੀ ਹੈ? ਸਿਰਫ ਇੱਕੋ ਹੀ ਕੇਸ ਹੈ, ਕਦੋਂ? ਜਦੋਂ ਆਪਾਂ ਉਸ ਨੂੰ ਵੋਲਟੇਜ ਜਾਂ ਬੈਟਰੀ ਪ੍ਰੋਵਾਈਡ ਕਰਦੇ ਹਾਂ। ਨਿੱਕੀ ਜੀ ਗੱਲ ਹੋਰ, ਅਸੀਂ ਜਦੋਂ ਬੇਟਾ ਘਰਾਂ ਦੇ ਵਿੱਚ ਗੱਲ ਕਰਦੇ ਹਾਂ ਨਾ, ਘਰਾਂ ਦੇ ਵਿੱਚ बैटरी कित्थे लगी हुई है? वो बैटरी ने घर में बेटा वोल्टेज आती है, वो कितों आती है? पावर स्टेशन तो आती है। ठीक है, उतों वोल्टेज जिन्नी वोल्ट दे आ रही होंगी है, जिवें थोड़े मोहल्ले दे विच बेटा किते ना किते ट्रांसफार्मर लगा होगा, उस ट्रांसफार्मर के उपर लिखा होंदा 11,000 वोल्ट ते साइन बनाया होंदा है डेंजर साइन। वो 11,000 वोल्ट आ, वो ऐसे वोल्ट आ जिहड़े उस स्टेशन तो तुहाडे घर तक पहुंचाई गई, वो जिहड़े बड़ी बड़ी वायरस आउंदियां ने घरां तक उस दे थ्रू। ठीक है, जिहड़ा वो उत्थे ट्रांसफार्मर लगा होया आ, वो ट्रांसफार्मर नूं कहने बेटा आपां स्टैप डाउन ट्रांसफार्मर। की कहने आ? स्टैप डाउन ट्रांसफार्मर। स्टैप डाउन ट्रांसफार्मर की करदा आ? उस 11,000 वोल्ट नूं डाउन करदा आ। ठीक है, 11,000 वोल्ट नूं की करदा? डाउन कर दिंदा आ। डाउन करके किथे ले आउंदा आ? जो अपने घरां विच आउंदी है। घरां कितनी आउंदी आ? 220 to 240। ठीक है, एवरेजली साडे कोल 230 240 220 ਇੰਨੇ तक ही घरां च पहुंचदी है। ਉਹ ਜਿਹੜੀ 220 ਜਾਂ 240 ਸਾਡੇ ਤੱਕ ਪਹੁੰਚਦੀ ਹੁੰਦੀ ਆ। ਅਭੀ ਹੁਣ ਥੋੜਾ ਜਿਹਾ ਜਿਵੇਂ ਜੂਨ ਜੁਲਾਈ ਦਾ ਮਹੀਨਾ ਆਉਣਾ, ਅਗਰ ਕਿਸੇ ਦੇ ਮਹੱਲੇ ਦੇ ਵਿੱਚ ਉਹ ਟਰਾਂਸਫਾਰਮਰ ਅੱਛੇ ਤਰੀਕੇ ਦੇ ਨਾਲ, ਕਿਸੇ ਦੇ ਟਾਊਨ ਦੇ ਵਿੱਚ ਉਹ ਟਰਾਂਸਫਾਰਮਰ ਅੱਛੇ ਤਰੀਕੇ ਨਾਲ ਵਰਕ ਨਾ ਕਰਦਾ ਹੋਵੇ, ਤਾਂ ਘਰਾਂ ਦੇ ਵਿੱਚ ਕਦੀ ਕਦਾਈ ਵੋਲਟੇਜ ਜਿਹੜੀ ਆ ਇਹਨੂੰ ਕਿੰਨੀ ਪਹੁੰਚ ਜਾਂਦੀ ਹੈ? 180 190 160 ਇੱਥੋਂ ਤੱਕ ਵੀ ਪਹੁੰਚ ਜਾਂਦੀ ਹੈ। ਸੋ ਘਰਾਂ ਦੇ ਵਿੱਚ ਬੇਟਾ ਕੀ ਹੋ ਰਿਹਾ ਹੁੰਦਾ, ਪੂਰਾ ਜੋ ਘਰ ਦੇ ਵਿੱਚ ਜੋ ਉਸ ਵੇਲੇ ਡਿਵਾਈਸਿਸ ਚੱਲਦੇ ਹੁੰਦੇ ਆ, ਜਿਵੇਂ ਕਿ AC ਚੱਲਦਾ ਹੋਊਗਾ, ਗਰਮੀਆਂ ਆ ਰਹੀਆਂ ਨੇ AC ਚੱਲੂਗਾ, तो AC ਨੂੰ ਪ੍ਰੋਪਰ ਵੋਲਟੇਜ ਨਹੀਂ ਮਿਲਦੀ। ਸੋ देयरफॉर AC ਵੀ ਉਹ ਟਾਈਮ ਦੇ ਉੱਪਰ AC ਵੀ ਜਿਹੜਾ ਪ੍ਰੋਪਰ ਵਰਕਿੰਗ ਨਹੀਂ ਦਿੰਦਾ। क्यों? क्योंकि किसी भी डिवाइस ਨੂੰ ਚਲਾਉਣ ਵਾਸਤੇ ਕੀ ਚੀਜ਼ ਚਾਹੀਦੀ ਹੈ? ਵੋਲਟੇਜ। ਵੋਲਟੇਜ ਪੂਰੀ ਆਏਗੀ, ਉਹ ਵੋਲਟੇਜ ਕੀ ਪੈਦਾ ਕਰੂਗਾ? ਕਰੰਟ। ਤੇ ਕਰੰਟ ਜਿਹੜੀ ਚੀਜ਼ ਆ ਉਹ ਚਲਾਊਗਾ ਕਿਸ ਨੂੰ? ਉਸ ਡਿਵਾਈਸ ਨੂੰ। ਸਮਝੇ ਬਾਤ? ਕਿਉਂਕਿ ਆਪਾਂ ਕੀ ਗੱਲ ਕਰਦੇ ਆ, ਆ ਪੜ੍ਹੇ ਸੀ ਨਾ V = IR। ਇਸ ਨੂੰ ਵਧਾਵਾਂਗੇ, ਇਨਕਰੀਜ਼ ਕਰਾਂਗੇ ਤਾਂ ਇਹ ਚੀਜ਼ ਇਨਕਰੀਜ਼ ਹੋਏਗੀ, ਤੇ ਆਹ ਚੀਜ਼ ਆ ਜਿਸ ਨੂੰ ਅਸੀਂ ਚਲਾਉਣਾ ਇਹ ਸੇਮ ਰੱਖਣੀ ਹੈ। AC ਨੂੰ ਅਗਰ 160 ਜਾਂ 170 ਵੋਲਟ ਮਿਲਦੇ ਹੋਣਗੇ ਤੇ ਉਹਦੇ ਅਕੋਰਡਿੰਗਲੀ AC ਤਾਂ ਉਹੀ ਹੈ, ਉਹਦੇ ਅਕੋਰਡਿੰਗਲੀ ਉਹ ਚ ਕਰੰਟ ਪੈਦਾ ਹੋਏਗਾ, ਉਹ ਵੋਲਟੇਜ ਕਰੰਟ ਪੈਦਾ ਕਰਕੇ ਭੇਜੂਗੀ, ਉਹਨਾਂ ਉਸ ਚ ਕਰੰਟ ਜਾਏਗਾ। ਅਗਰ ਉਹ ਜੇ ਟਰਾਂਸਫਾਰਮਰ ਚੇਂਜ ਕਰ ਦਈਏ ਤਾਂ ਏਰੀਆ ਦੇ ਵਿੱਚ ਲੋਡ ਦੇ ਅਕੋਰਡਿੰਗਲੀ, ਤੁਹਾਡੇ ਜੋ ਏਰੀਆ ਹੈ ਉਸ ਦੇ ਵਿੱਚ ਲੋਡ ਦੇ ਅਕੋਰਡਿੰਗਲੀ ਇਹ ਟਰਾਂਸਫਾਰਮਰ ਅਗਰ ਅੱਛਾ ਆ ਗਿਆ, ਉਹਦੀ ਵਾਇਰਿੰਗ ਅੱਛੀ ਹੈ, ਉਹਦੀ ਕੋਇਲ ਜਿਹੜੀ ਹੈ ਉਹ ਅੱਛੀ ਪਾਈ ਹੋਈ ਹੈ, ਦੈਨ ਵੋਲਟੇਜ ਵੱਧ ਗਈ। ਵੋਲਟੇਜ ਵਧਣ ਦੇ ਨਾਲ ਕਰੰਟ ਆਟੋਮੈਟਿਕਲੀ ਵੱਧ ਗਿਆ ਔਰ ਰੈਸਿਸਟਰ ਜਿਹੜਾ ਉਹ ਅੱਛੇ ਤਰੀਕੇ ਨਾਲ ਵਰਕ ਕਰਨ ਲੱਗ ਪਿਆ। ठीक है, लोड ਜਿਹੜਾ ਅੱਛੇ ਤਰੀਕੇ ਨਾਲ ਵਰਕ ਕਰਨ ਲੱਗ ਪਿਆ। ਸੋ देयरफॉर ਅਸੀਂ ਕੀ ਸਮਝਦੇ ਹਾਂ ਕਿ ਅਗਰ ਕਿਸੇ ਡਿਵਾਈਸ ਨੂੰ ਚਲਾਉਣਾ ਆ, ਸਾਨੂੰ ਵੋਲਟੇਜ ਜਿਹੜੀ ਦੇਣੀ ਬਹੁਤ ਜ਼ਰੂਰੀ ਹੈ। ਹੁਣ ਉਹ ਵੋਲਟੇਜ ਕੀ ਕੰਮ ਕਰਦੀ ਹੈ ਉਹ ਅਸੀਂ ਚੰਗੀ ਤਰ੍ਹਾਂ ਚੀਜ਼ ਨੂੰ ਇੱਥੇ ਵਿੱਚ ਸਮਝਣਾ ਹੈ। ਸੋ ਦੇਖੋ ਬੇਟਾ ਇਹਦੇ ਵਿੱਚ ਕੀ ਹੋ ਰਿਹਾ ਹੈ। ਸਾਡੇ ਕੋਲ ਕੀ ਹੈ? ਸਾਡੇ ਕੋਲ ਅਸੀਂ ਸਿੰਪਲ ਬੈਟਰੀ ਤੋਂ ਪੜ ਰਹੇ ਹਾਂ ਬੇਟਾ। ਘਰਾਂ ਦੇ ਨਾਲ ਡਿਵਾਈਸ ਨੂੰ ਕੰਪੇਅਰ ਤੁਸੀਂ ਖੁਦ ਕਰ ਲੈਣਾ ਹੈ। ਅਸੀਂ ਜੋ ਪੜਾਂਗੇ ਉਹ ਪੜ ਰਹੇ ਹਾਂ बैटरी। बैटरी मीनस अगर घरां दी वायरिंग की गल करांगे तो वो AC ਜਿਹੜੀ ਘਰਾਂ ਵਿੱਚ ਆ ਰਹੀ 220 ਤੋਂ 240। अगर सिंपल मैं किसी छोटे डिवाइस की गल करांगा वो DC ऊपर काम करेगा, उस दे लई बैटरी आ साइन बना रहा है। ठीक है, आ मैं बना रहा है डिवाइस, आ कोई रजिस्टर है जिसनूं मैं चलाउणा है, आ साडे कोल बैटरी है, करंट इत्थों जा रहा है। और अगर AC की गल करांगे तो घरां दे विच अपने कोल AC सोर्स लगा होया और AC नूं चलाउणा आपां।
ठीक है, वन आर द सेम थिंग है। ਇਹ ਹੁਣ ਦੇਖੋ ਅਗਰ ਮੈਂ ਇਸ ਨੂੰ ਇਸ ਸਰਕਟ ਦੇ ਵਿੱਚੋਂ ਹਟਾ ਦਵਾਂ, ਮੰਨ ਲਓ ਕਿਸੇ ਸਰਕਟ ਦੇ ਵਿੱਚ ਬੈਟਰੀ ਹੀ ਨਹੀਂ ਹੈ, ਮੰਨ ਲਓ ਤੁਹਾਡੇ ਘਰ ਦੇ ਵਿੱਚ ਵੋਲਟੇਜ ਹੀ ਨਹੀਂ ਆ ਰਹੀ, ਮੰਨ ਲਓ ਤੁਹਾਡੇ ਘਰ ਦੇ ਵਿੱਚ ਲਾਈਟ ਹੀ ਨਹੀਂ ਹੈ, ਤਾਂ ਜਿਹੜੇ ਫੈਨਸ ਇਨਵਰਟਰ ਵਗੈਰਾ ਵੀ ਨਹੀਂ ਹੈ, ਤੁਹਾਡੇ ਘਰ ਦੇ ਵਿੱਚ ਜਿਹੜੇ ਫੈਨਸ ਵਗੈਰਾ ਹੋਣਗੇ, ਜਿੰਨੇ ਵੀ ਡਿਵਾਈਸਿਸ ਲੱਗੇ ਹੋਣਗੇ, ਚੱਲਣਗੇ ਨਹੀਂ ਚੱਲਣਗੇ। ਕਿਉਂ? ਕਿਉਂਕਿ ਚਾਹੀਦੀ ਕੀ ਹੈ? ਵੋਲਟੇਜ। ਘਰਾਂ ਵਿੱਚ ਕਰੰਟ ਨਹੀਂ ਆ ਰਿਹਾ, ਘਰਾਂ ਵਿੱਚ ਕੀ ਆਂਦੀ ਹੈ ਬੇਟਾ? ਵੋਲਟੇਜ। ਉਹ ਵੋਲਟੇਜ ਕੀ ਪੈਦਾ ਕਰਦੀ ਹੈ? ਕਰੰਟ। ਦੇਅਰਫੋਰ ਇਹ ਹੋਏਗਾ ਤੇ ਇਹ ਹਰ ਇੱਕ ਚੀਜ਼ਾਂ ਚੱਲਣਗੀਆਂ। ਚੱਲਣਗੇ ਕਿੱਦਾਂ? ਘਰਾਂ ਵਿੱਚ ਡਿਵਾਈਸਿਸ ਕਿੱਦਾਂ ਲੱਗੇ ਨੇ? ਪੈਰਲਲੀ। R1 R2 ਆ ਇੱਕ ਰੂਮ ਦਾ ਸੈਟਅਪ ਹੈ, ਆ ਇੱਕ ਲਾਈਟ ਹੈ ਔਰ ਇਹ ਇੱਕ ਫੈਨ ਹੈ। ਇਸ ਨੇ ਪੈਦਾ ਕੀਤਾ ਕਰੰਟ। ਕਰੰਟ ਇਸ ਨੂੰ ਵੀ ਚਲਾਏਗਾ ਤੇ ਇਸ ਨੂੰ ਵੀ ਚਲਾਏਗਾ। ਦੋਹਾਂ ਦੇ ਵਿਚਕਾਰ ਕੀ ਹੈ? ਜਿੰਨਾ ਦਾ ਰੈਸਿਸਟਰ ਆ ਉਸ ਦੇ ਅਕੋਰਡਿੰਗਲੀ ਇਹਨਾਂ ਵਿੱਚ ਕਰੰਟ ਜਾਏਗਾ। ਔਰ ਵੋਲਟੇਜ ਕੀ ਹੋਏਗੀ? ਸੇਮ ਦੋਨੋਂ ਕੇਸਿਸ ਦੇ ਵਿੱਚ, ਕਿਉਂਕਿ ਪੈਰਲਲ ਕੀ ਸੇਮ ਰਹਿੰਦਾ? ਵੋਲਟੇਜ। ਠੀਕ ਹੈ। ਹੁਣ ਇਹ ਵੋਲਟੇਜ ਕੰਮ ਕਰਦੀ ਕੀ ਹੈ? ਵੋਲਟੇਜ ਦਾ ਕੰਮ ਹੈ ਕੀ? ਅਸੀਂ ਇਸ ਬਾਰੇ ਕੀ ਪੜਿਆ ਸੀ ਸਟਾਰਟਿੰਗ ਦੇ ਵਿੱਚ? ਪੋਟੈਂਸ਼ੀਅਲ ਡਿਫਰੈਂਸ ਦੀ ਡੈਫੀਨੇਸ਼ਨ ਪੜ੍ਹੀ ਸੀ। ਉਹ ਕੀ ਸੀ? amount of work done on the charge to move it from one position to another। ਕੰਮ ਕੀਤਾ ਗਿਆ ਕਿਸੇ ਚਾਰਜ ਦੇ ਉੱਪਰ ਤਾਂ ਕਿ ਉਸ ਨੂੰ ਇੱਕ ਪੋਜੀਸ਼ਨ ਤੋਂ ਮੂਵ ਕਰਾ ਕੇ ਕਿਸੇ ਹੋਰ ਪੋਜੀਸ਼ਨ ਤੱਕ ਲੈ ਕੇ ਜਾਵੇ। ਔਰ ਉਹ ਚਾਰਜ ਕੀ ਹੈ? ਇਲੈਕਟ੍ਰੋਨ ਹੈ। ਇਸ ਜਗ੍ਹਾ ਤੋਂ ਇਲੈਕਟ੍ਰੋਨ ਨੂੰ ਇੱਧਰ ਲੈ ਕੇ ਜਾਣਾ। ਸਮਝੇ ਬਾਤ? ਤਾਂ ਉਹ ਇੱਥੋਂ ਲੈ ਕੇ ਇੱਥੋਂ ਚਲਾ ਕੇ ਉਸ ਇਲੈਕਟ੍ਰੋਨ ਨੂੰ ਕਿਸੇ ਤਰੀਕੇ ਨਾਲ ਰਸਤੇ ਵਿੱਚ ਉਹਦੀ ਹੁੰਦੇ ਹੋਏ ਇੱਥੇ ਪਹੁੰਚਾਉਣਾ। ठीक है, ध्यान देना, सुनो गल। अभी एक गल थोड़ी फिर रिपीट कर लगा बेटा। इथों किसी चार्ज ਨੂੰ ਚਲਾ ਕੇ ਇੱਥੇ ਪਹੁੰਚਾਉਣਾ। ਇਲੈਕਟ੍ਰॉन्स ਦੇ ਫਲੋ ਆ ਅਗਰ ਪੋਜ਼ਿਟਿਵ ਹੈ ਤੇ ਆ ਨੈਗੇਟਿਵ ਹੈ। ਆ ਕੋਈ ਸਰਕਟ ਆ ਸਾਡੇ ਕੋਲ, ਆ ਪੋਜ਼ਿਟਿਵ ਤੋਂ ਬੇਟਾ ਜਾਂਦਾ ਹਮੇਸ਼ਾ ਨੈਗੇਟਿਵ ਵਾਲੇ ਪਾਸੇ ਨੂੰ ਕਰੰਟ, ਤੇ ਨੈਗੇਟਿਵ ਤੋਂ पॉजिटिव वाले पासे ਨੂੰ ਜਾਂਦਾ इलेक्ट्रॉन। समझे? देयरफॉर मैं चार्ज की गल कर रहा। चार्ज इलेक्ट्रॉन भी है तो इलेक्ट्रॉन के सेम ऑपोजिट होता प्रोटॉन। प्रोटॉन मीन्स पॉजिटिव चार्ज, पॉजिटिव चार्ज मीन्स करंट। देयरफॉर जिद्दां इलेक्ट्रॉन्स इस पॉइंट तो इधर ਨੂੰ जा रहे ने, उसे तरीके दे नाल इस बड़ी वाली प्लेट तो छोटी वाली प्लेट वाले पासे ਨੂੰ कौन जा रहे ने? इलेक्ट्रॉन्स। ठीक है। The movement or the direction of the current is directly opposite to the flow of electrons. Means in which side the electrons are flowing, the current is flowing directly opposite to that. Okay. So इसका मतलब अगर electrons का flow A है तो positive का flow A है। और positive means current, positive charge means proton। पॉजिटिव चार्ज इधरों इधर ਨੂੰ ਜਾਂਦਾ, ਇਲੈਕਟ੍ਰੋਨ ਇਧਰੋਂ ਇਧਰ ਨੂੰ ਜਾਂਦਾ। ਔਰ ਜਿੰਨੇ ਇਲੈਕਟ੍ਰੋਨਸ ਇਸ ਪਾਸੇ ਨੂੰ ਜਾਣਗੇ ਉਹਨੇ ਪ੍ਰੋਟੋਨ ਦੂਜੇ ਪਾਸੇ ਨੂੰ ਜਾਣਗੇ। ਔਰ ਇਲੈਕਟ੍ਰੋਨ और ਪ੍ਰੋਟੋਨ ਦੀ ਬੇਟਾ ਫਰਕ ਕੀ ਹੈ? ਇਲੈਕਟ੍ਰੋਨ ਦਾ ਮੀਨਸ ਦਾ ਮਤਲਬ ਇੱਕ ਹੁੰਦੇ ਪ੍ਰੋਟੋਨ ਕੁਝ ਨਹੀਂ ਹੁੰਦਾ, ਇਲੈਕਟ੍ਰੋਨਸ ਹੀ ਹੁੰਦੇ ਆ। ਇਲੈਕਟ੍ਰੋਨਸ ਮੀਨਸ ਕੋਈ ਚੀਜ਼ ਜਿਹਦੇ ਉੱਪਰ 네ਗੇਟਿਵ ਚਾਰਜ ਹੈ। ਅਗਰ 네ਗੇਟਿਵਿਟੀ ਇਸ ਪਾਸੇ ਤੋਂ, 네ਗੇਟਿਵ ਚਾਰਜ ਇਸ ਪਾਸੇ ਤੋਂ ਇਧਰ ਨੂੰ ਆਏਗਾ ਤੇ ਇੱਥੇ ਕੀ ਹੋਏਗਾ? पॉजिटिव। देयरफॉर जे नेगेटिविटी इधर ਨੂੰ ਜਾ ਰਹੀ ਹੈ ਤੇ 네ਗੇਟਿਵਿਟੀ ਇਧਰੋਂ ਇਸ ਪਾਸੇ ਨੂੰ ਆ ਰਹੀ ਹੈ ਤੇ ਪੋਜ਼ਿਟਿਵਿਟੀ ਇਧਰੋਂ ਇਸ ਪਾਸੇ ਨੂੰ ਜਾ ਰਹੀ ਹੈ। देयरफॉर ਇਲੈਕਟ੍ਰੋਨਸ ਇਸ ਪਾਸੇ ਨੂੰ ਮੂਵ ਕਰਦੇ ਨੇ ਤਾਂ ਪ੍ਰੋਟੋਨਸ ਇਸ ਪਾਸੇ ਨੂੰ ਮੂਵ ਕਰਦੇ ਨੇ। देयरफॉर ਸਮਝੇ ਬਾਤ? ਤੁਹਾਡੇ ਕੋਲ ਅਗਰ ਤੁਹਾਡਾ ਇੱਕ ਦੋਸਤ ਆ, ਉਹ ਅਗਰ ਕਿਸੇ ਨੂੰ ਅਗਰ ਆਪਣੇ ਵਿੱਚੋਂ 네ਗੇਟਿਵਿਟੀ ਬਾਹਰ ਕੱਢਦਾ ਪਿਆ, ਠੀਕ ਹੈ, ਤੁਹਾਡਾ ਕੋਈ ਫਰੈਂਡ ਆ ਆਪਣੇ ਚੋਂ 네ਗੇਟਿਵਿਟੀ ਨੂੰ बाहर कटदा पिया तो देयरफॉर की हो रहा है? पॉजिटिव हो रहा। समझे बात? देयरफॉर अगर ये वाला टर्मिनल लगातार नेगेटिव चीज़ां इधर ਨੂੰ ਭੇਜਦਾ ਪਿਆ ਆ ਤਾਂ ਆਹ ਵਾਲਾ ਜਿਹੜਾ ਆ ਇਹ ਕੀ ਹੁੰਦਾ ਪਿਆ? ਲਗਾਤਾਰ ਪੋਜ਼ਿਟਿਵ ਇਧਰ ਨੂੰ ਭੇਜਦਾ ਹੋਏਗਾ। ਤਾਂ ਹੀ ਤੇ ਆਹ ਵਾਲਾ 네ਗੇਟਿਵ ਜਿਹੜਾ ਛੋਟਾ ਸੀ ਇਹ 네ਗੇਟਿਵ ਇਧਰ ਨੂੰ ਭੇਜਦਾ ਇਸ ਪੋਜ਼ਿਟਿਵ ਨੂੰ ਛੋਟਾ ਕਰ ਦਿੰਦਾ। ਇਹਦੇ ਬਰਾਬਰ ਤਾਂ ਬੈਟਰੀ ਕੀ ਹੋ ਜਾਂਦੀ ਹੈ? डिस्चार्ज। आर यू गेटिंग माय पॉइंट? मैं की कह रहा पॉजिटिव जा रहा बेटा इथों इधर ਨੂੰ। सो किसी चो अगर पॉजिटिविटी जावे तो उस भी की है हर एक बंदा अपनी पॉजिटिविटी छड्डदा जा रहा है, पॉजिटिव घट होंदा जा रहा है, देयरफॉर नेगेटिव होंदा जा रहा है।
हर एक बंदा अपनी नेगेटिविटी छड्डदा जा रहा, देयरफॉर पॉजिटिव बनता जा रहा। देयरफॉर इधरों अगर नेगेटिव इलैक्ट्रॉन्स इस पासे ਨੂੰ ਜਾ ਰਹੇ ਨੇ ਤਾਂ ਇਹ ਵਾਲਾ ਜਿਹੜੀ ਬੜੀ ਪਲੇਟ ਸੀ ਇਹ ਛੋਟੀ ਹੁੰਦੀ ਜਾਏਗੀ, ਕਿਉਂਕਿ ਇੱਧਰ ਕੀ ਸੀ ਪੋਜ਼ਿਟਿਵ, ਇਹ ਨੈਗੇਟਿਵ ਹੁੰਦੇ ਜਾਣਗੇ ਤੇ ਪਲੇਟ ਛੋਟੀ ਹੁੰਦੀ ਗਈ, ਤੇ ਇੱਧਰ ਵੀ ਪੋਜ਼ਿਟਿਵ ਇੱਧਰ ਨੂੰ ਜਾ ਰਹੇ ਨੇ, ਨੈਗੇਟਿਵ ਸੀ ਇਹ ਪੋਜ਼ਿਟਿਵ ਲੈ ਕੇ ਬੜੀ ਹੁੰਦੀ ਗਈ। देयरफॉर दोनों प्लेटां की हो गया सेम बराबर ਦੀਆਂ, तो दोनों प्लेट सेम बराबर दी हो गया तो बैटरी की हो गई डाउन। बैटरी ਨੂੰ ਕੀ ਕਰਨਾ ਪੈਣਾ ਚਾਰਜ, चार्जिंग ਵੇਲੇ फिर ਕੀ ਹੋਊਗਾ आ प्लेट ओडी रहेगी, चाहे प्लेट छोटी हो जाएगी तो आ प्लेट फिर बड़ी हो जाएगी, देयरफॉर बैटरी फिर चार्ज होगी। जिवें मोबाइल वाला केस है, मोबाइलों ਨੂੰ ਚਾਰਜ ਕਰਦੇ ਆ ਅਸੀਂ ਲਗਾਤਾਰ ਉਸ ਨੂੰ बैटरी ਉਸ ਨੂੰ ਪੋਟੈਂਸ਼ੀਅਲ ਆਪਾਂ ਦਿੰਦੇ ਰਹਿੰਦੇ ਆ, ਜਿਹੜਾ ਆਪਣੇ ਕੋਲ ਪੋਟੈਂਸ਼ੀਅਲ ਆ ਤੁਸੀਂ ਮੋਬਾਈਲ ਦਾ ਚਾਰਜਰ ਦੇਖੋ ਉਹਦੇ ਉੱਪਰ ਲਿਖਿਆ ਹੁੰਦਾ ਵੋਲਟੇਜ ਲਿਖੀ ਹੁੰਦੀ ਹੈ ਬੇਟਾ, ठीक है ना, वोल्टेज लिखी होगी 9 वोल्ट 12 वोल्ट, ठीक है, तो वोल्टेज लिखी होंगी है, तो करंट लिखा होगा 1 एम्पेयर 1.5 एम्पेयर कुछ इदां दा, ठीक है। ਇਹਦਾ ਮਤਲਬ ਕੀ ਹੈ ਕਿ ਜਿਹੜੀ ਉਹ ਵੋਲਟੇਜ ਹੈ ਜਿਹੜੀ 240 ਆ ਬੈਟਰੀ ਦੇ ਨਾਲ ਤੁਹਾਡੇ ਮੋਬਾਈਲ ਚਾਰਜਰ ਦੇ ਨਾਲ ਅਗਲੇ ਪਾਸੇ ਇੱਕ ਉਹਦਾ ਪੁਆਇੰਟ ਹੁੰਦਾ ਜਿਹੜਾ ਪਲੱਗ ਜਿਹੜਾ ਆਪਾਂ ਵਿੱਚ ਇਨਸਰਟ ਕਰਦੇ ਆ ਸੌਕਟ ਦੇ ਵਿੱਚ, ਉਹ ਕੀ ਕਰਦਾ ਪਿਆ ਉਸ ਜਿਹੜੀ 220 ਵੋਲਟ ਆ ਉਸ ਨੂੰ ਕਨਵਰਟ ਕਰਦਾ ਪਿਆ ਕਾਦੇ ਵਿੱਚ, ਉਹਦੇ ਵਿੱਚ ਕੀ ਲੱਗਾ ਆ ਸਟੈਪ ਡਾਊਨ ਟਰਾਂਸਫਾਰਮਰ, ਉਹ ਕੀ ਲੱਗਾ ਪਿਆ 240 ਨੂੰ ਵੀ ਕਨਵਰਟ ਕਰਦਾ ਪਿਆ 12 ਵੋਲਟ ਦੇ ਵਿੱਚ, ਜਿਹਦੇ ਨਾਲ ਤੁਹਾਡਾ ਮੋਬਾਈਲ ਦੀ ਬੈਟਰੀ ਜਿਹੜੀ ਚਾਰਜ ਹੋ ਰਹੀ ਹੈ, ਠੀਕ ਹੈ। ਸੋ ਉਹ ਚਾਰਜਿੰਗ ਜਦੋਂ ਹੋ ਰਹੀ ਹੈ ਤੇ ਬੜੀ ਵਾਲੀ ਜਦੋਂ ਮੋਬਾਈਲ ਦੇ ਵਿੱਚ ਜਿਹੜੀ ਬੈਟਰੀ ਹੋਗੀ ਜਿਹੜਾ ਪੋਜ਼ਿਟਿਵ ਵਾਲਾ ਚਾਰਜ ਹੁੰਦਾ ਗਿਆ ਨੈਗੇਟਿਵ ਉੱਥੇ ਹੀ ਗਿਆ, ਉੱਥੇ ਖੜਾ ਜਾਂ ਨੈਗੇਟਿਵ ਛੋਟਾ ਹੁੰਦਾ ਗਿਆ, ਆ ਬੈਟਰੀ ਹੈ, ਮੋਬਾਈਲ ਦੇ ਦੋਵੇਂ ਬੈਟਰੀਜ਼ ਨੇ, ਠੀਕ ਹੈ। ਇੱਕ ਆ ਚਾਰਜਰ ਆ ਮੰਨ ਲਓ ਦੋਨੋਂ ਹੈ, ਆ ਦੋਨੋਂ ਪਲੇਟਸ ਬਰਾਬਰ ਨੇ ਇੱਕੋ ਸਾਈਜ਼ ਦੀਆਂ ਨੇ, ਇਹਦਾ ਮਤਲਬ ਬੈਟਰੀ ਕੀ ਹੈ ਜ਼ੀਰੋ ਹੋਈ ਪਈ ਹੈ। ਕੀ ਹੋਏਗਾ ਜਦੋਂ मैं चार्जिंग किया तो आह वाली बड़ी प्लेट जी है की होगी पॉजिटिव प्लेट है, चार्जिंग लगाया मोबाइल तो यह की हो गई बड़ी हो गई तो आह वाली जी सी ये छोटी हो गई इतना छोटा हो गया, फिर की फुली चार्ज हो गया, इस तो बड़ी हो नहीं हो सकता। देयरफॉर उस तो बड़ी होने का मतलब बेटा नहीं कि प्लेटा बड़िया हो जाती, बड़ी होने का मतलब कि ऊपर पोटेंशियल इंक्रीज हो गया, ये समझाने वास्ते होता बड़ी प्लेट छोटी प्लेट, ठीक है। देयरफॉर जदों ये फिर आप मोबाइल यूज करांगे तो फिर बड़ी प्लेट जी छोटी होती रहती मीनस उसका पोटेंशियल घटता रहता, तो छोटे वाली जो बड़ी होती रहती फिर दोवें बराबर हो जाती ने, दोनों बराबर हो गई उस वेले की हो गया बैटरी फिर डिफ्यूज होगी, बैटरी फिर खत्म होगी, फिर बैटरी को असली चार्ज करना पड़ेगा, ठीक गल समझ लगी। सो ये जो बैटरी है यो ही की करती है बेटा इलैक्ट्रॉन्स ਨੂੰ फ्लो करवाती है। देयरफॉर इलैक्ट्रॉन्स ਨੂੰ फ्लो करवाउण वास्ते चार्ज ਨੂੰ मूव करवाउण वास्ते सानू की चाहिदा आ पोटेंशियल वोल्टेज कित्थों आउंदी है बैटरी तो या सैल तो, एक सैल तो वोल्टेज आ रही है बहुत सारे सैल इकट्ठे कर दी है तो बैटरी बन जाती है, ठीक है। गल समझ लग चुकी है हुण आप इस तो बाद बेटा सीधा पढ़न लगे हैं कि अगर कोई डिवाइस आ जिस मैं चला रहा वा और बैटरी प्रोवाइड की हुई है, आ सैल लगाया, ठीक है, ये लगातार इलैक्ट्रॉन्स इधर दे इलैक्ट्रॉन्स ਨੂੰ ਜਿਹੜਾ बैटरी अगर ज्यादा अमाउंट ਦੀ ਹੋਏਗੀ ਤਾਂ ਉਹ ਇਲੈਕਟ੍ਰॉन्स ਨੂੰ ਬਹੁਤ ਜ਼ਿਆਦਾ ਪਾਸ ਕਰਵਾਏਗੀ, ਇਲੈਕਟ੍ਰॉन्स ਮੀਨਸ ਇਧਰ ਨੂੰ ਜਾ ਰਹੀ ਇਲੈਕਟ੍ਰॉन्स ਤੇ ਪੋਜ਼ਿਟਿਵ ਜੇ ਇਲੈਕਟ੍ਰॉन्स ਬਹੁਤ ਤੇਜ਼ੀ ਨਾਲ ਇਧਰ ਨੂੰ ਜਾਣਗੇ, ਇਲੈਕਟ੍ਰॉन्स ਬਹੁਤ ਸਪੀਡ ਦੇ ਨਾਲ ਇਧਰ ਨੂੰ ਜਾਣਗੇ, ਠੀਕ ਹੈ। ਉਸੇ ਤਰੀਕੇ ਨਾਲ ਕਰੰਟ ਜਿਹੜਾ ਆ ਉਹ ਇਧਰ ਨੂੰ ਜਾਏਗਾ, ਠੀਕ ਹੈ। ਸੋ ਇਹ बैटरी ਕੀ ਪੁਸ਼ ਕਰਦੀ ਪਈ ਹੈ ਇਲੈਕਟ੍ਰॉन्स ਨੂੰ ਤਾਂ ਕਿ ਮੇਰੇ ਤੋਂ ਨਿਕਲੋ ਤੇ ਕੰਮ ਕਰੋ ਜਾ ਕੇ ਜਿਹੜਾ ਕੰਮ ਕਰਦੇ ਪਏ ਅਸੀਂ, ठीक है। सो इस रजिस्टर ਦੇ ਵਿੱਚੋਂ ਦੀ ਰजिस्टर ਜਿਹੜਾ ਲੱਗਾ ਹੋਇਆ ਇਹਦੇ ਵਿੱਚੋਂ ਦੀ ਲਗਾਤਾਰ ਕਰੰਟ ਫਲੋ ਹੋ ਕੇ ਜਾਂਦਾ ਰਹੇਗਾ। देयरफॉर ਇਸ ਦੇ ਨਾਲ ਕਰੰਟ ਪੈਦਾ ਹੁੰਦਾ ਤੇ ਜਿਹੜਾ ਡਿਵਾਈਸ ਹੈ ਉਸ ਨੂੰ ਚਲਾਇਆ ਜਾਂਦਾ ਹੈ, ठीक है। ਹੋਰ ਡਿਵਾਈਸ ਕੀ ਕਰਦੇ ਆ, ਡਿਵਾਈਸ ਆਪਣੀ ਵਰਕਿੰਗ ਵੀ ਕਰਦੇ ਆ ਔਰ ਨਾਲ ਹੀਟਿੰਗ ਇਫੈਕਟ ਵੀ ਦਿੰਦੇ ਰਹਿੰਦੇ ਆ। ਸੋ ਹੀਟਿੰਗ ਇਫੈਕਟ ਕਿੱਦਾਂ ਆਇਆ, ਇਸੇ ਤੋਂ ਹੀ ਆਇਆ, ठीक है। और कई ऐसे डिवाइस आ ਜਿਹੜੇ ਹੀਟਿੰਗ ਇਫੈਕਟ ਵੀ ਦਿੰਦੇ ਆ, ਲਾਈਟ ਵੀ ਦਿੰਦੇ ਆ ਔਰ ਵਰਕਿੰਗ ਵੀ ਕਰਦੇ ਆ, ठीक है ना। ਜਿਵੇਂ ਇੱਕ ਬਲਬ ਆ, ਬਲਬ ਦੇ ਵਿੱਚ ਕੀ ਹੈ ਜਿਵੇਂ ਆਪਣੇ ਘਰੇ ਬਲਬ ਲੱਗੇ ਹੋਣਗੇ, ਹੁਣ ਤੇ ਐਲਈਡੀਜ਼ ਲੱਗੀਆਂ, ਬਲਬ ਦੀ ਗੱਲ ਕਰਦਾ ਪਿਆ, ਉਹਦੇ ਵਿੱਚ ਕਿਹੜਾ ਬੇਟਾ ਫਿਲਾਮੈਂਟ ਜਿਹੜਾ ਝੜ ਜਾਂਦਾ ਹੈ ਬਿਲਕੁਲ ਪਤਲਾ ਜਿਹਾ ਹੁੰਦਾ, ਅਗਰ ਉਹ ਉਥੋਂ ਵਾਇਰ ਜੀ ਲੱਥ ਜਾਂਦੀ ਹੈ ਤਾਂ ਫਿਰ ਕੀ ਹੋ ਜਾਂਦਾ ਆ ਕਿ ਉਹ ਵਰਕ ਹੀ ਨਹੀਂ ਕਰਦਾ ਪਿਆ। ਉਹ ਕਿਹਦਾ ਬਣਿਆ ਹੁੰਦਾ, ਉਹ ਇੱਕ ਟੰਗਸਟਨ ਮਟੀਰੀਅਲ ਦਾ ਬਣਿਆ ਹੁੰਦਾ। ਟੰਗਸਟਨ ਕੀ ਹੈ, ਇੱਕ ਤਰ੍ਹਾਂ ਦਾ ਕੰਡਕਟਰ ਆ, ਔਰ ਉਸ ਦਾ ਮੈਲਟਿੰਗ ਪੁਆਇੰਟ ਕੀ ਹੁੰਦਾ ਬਹੁਤ ਹਾਈ ਹੁੰਦਾ ਕਿ ਜਦੋਂ ਕਦੀ ਉਸ ਤੇ ਵਾਇਰ ਬਹੁਤ ਪਤਲੀ ਹੁੰਦੀ ਆ, ਜਦੋਂ ਕਦੀ ਉਹਦੇ ਵਿੱਚੋਂ ਦੀ ਵਾਇਰ ਚੋਂ ਕਰੰਟ ਜਦੋਂ ਆਪਾਂ ਕਰੰਟ ਪਾਸ ਕਰਦੇ ਹਾਂ ਬਲਬ ਦੇ ਵਿੱਚੋਂ ਦੀ ਉਸ ਟੰਗਸਟਨ ਦੇ ਵਿੱਚੋਂ ਦੀ ਜਿਹੜਾ ਮਟੀਰੀਅਲ ਲੱਗਾ ਪਤਾ ਜਿਹਨੂੰ ਆਪਾਂ ਫਿਲਾਮੈਂਟ ਬੋਲਦੇ ਆ, ਉਹ ਚੋਂ ਕਰੰਟ ਪਾਸ ਹੋ ਕੇ ਜਾਂਦਾ ਤਾਂ ਇੰਨੀ ਵਾਇਰ ਪਤਲੀ ਹੁੰਦੀ ਆ ਕਰੰਟ ਬੜਾ ਔਖਾ ਹੋ ਕੇ ਚੋਂ ਪਾਸ ਹੁੰਦਾ, ਠੀਕ ਹੈ। ਪਰ ਉਹਦਾ ਮੈਲਟਿੰਗ ਪੁਆਇੰਟ ਇੰਨਾ ਜ਼ਿਆਦਾ ਹੁੰਦਾ ਉਸ ਟੰਗਸਟਨ ਦਾ, ਉਸ ਫਿਲਾਮੈਂਟ ਦਾ ਜਿਸ ਤੋਂ ਬਣਿਆ ਉਹ ਫਿਲਾਮੈਂਟ ਬਣਿਆ ਟੰਗਸਟਨ ਤੋਂ, ਉਹਦਾ ਮੈਲਟਿੰਗ ਪੁਆਇੰਟ ਇੰਨਾ ਜ਼ਿਆਦਾ ਹੁੰਦਾ ਕਿ ਉਹ ਵਾਇਰ ਪਿਘਲਦੀ ਨਹੀਂ। देयरफॉर ਜਦੋਂ ਉਹਦੇ ਵਿੱਚੋਂ ਦੀ ਉਹ ਕਰੰਟ ਪਾਸ ਹੋ ਕੇ ਜਾਂਦਾ ਪਿਆ, ਕਰੰਟ ਇੰਨਾ ਔਖਾ ਹੋ ਕੇ ਪਾਸ ਹੋ ਰਿਹਾ ਆ ਕਿ ਜਿਹੜਾ ਉਹ ਫਿਲਾਮੈਂਟ ਜਿਹੜਾ ਆ ਉਹ ਆਪਣੇ ਵਿੱਚੋਂ ਹੀਟ ਜਿਹੜੀ ਉਹ ਬਰਦਾਸ਼ਤ ਨਹੀਂ ਕਰ ਪਾ ਰਿਹਾ, ਉਹ ਹੀਟ ਵੀ ਦੇ ਰਿਹਾ ਔਰ ਇੰਨੀ ਜ਼ਿਆਦਾ ਹੋ ਜਾਂਦੀ ਹੀਟ ਕਿ ਉਹ ਬਾਅਦ ਉਹਨੂੰ ਗਲੋ ਕਰਵਾ ਦਿੰਦਾ,
ਤਾਂ ਲਾਈਟ ਕੀ ਹੈ, ਜਗ ਜਾਂਦੀ ਹੈ। ਸਮਝ ਲੱਗੀ ਗੱਲ। ਟੰਗਸਟਨ ਤਾਂ ਬਣਿਆ ਹੋਇਆ ਬਲਬ, ਉਹਦੇ ਵਿੱਚ ਜਿਹੜਾ ਫਿਲਾਮੈਂਟ ਟੰਗਸਟਨ ਦਾ ਬਣਿਆ ਉਹਦਾ ਮੈਲਟਿੰਗ ਪੁਆਇੰਟ ਬਹੁਤ ਹਾਈ ਹੈ, 3380 ਡਿਗਰੀ ਸੈਲਸੀਅਸ, ਇੰਨਾ ਹਾਈ ਹੈ ਉਹਦਾ ਮੈਲਟਿੰਗ ਪੁਆਇੰਟ। ਸੋ ਜਦੋਂ ਆਪਾਂ ਉਹਦੇ ਵਿੱਚੋਂ ਦੀ ਕੀ ਹੈ ਕਰੰਟ ਪਾਸ ਕਰਵਾਉਂਦੇ ਆ ਤਾਂ ਵਾਇਰ ਬਹੁਤ ਫਿਲਾਮੈਂਟ ਬਹੁਤ ਪਤਲਾ ਹੁੰਦਾ, ਤਾਂ ਫਿਲਾਮੈਂਟ ਕੀ ਕਰਦਾ, ਕਰੰਟ ਦੇ ਪਾਸ ਹੋਣ ਦੇ ਨਾਲ ਫਿਲਾਮੈਂਟ ਬੰਦ ਨਹੀਂ ਹੋ ਜਾਂਦਾ, ਠੀਕ ਹੈ, ਫਿਲਾਮੈਂਟ ਸੜ ਨਹੀਂ ਜਾਂਦਾ ਕਿਉਂਕਿ ਉਹਦਾ ਮੈਲਟਿੰਗ ਪੁਆਇੰਟ ਕੀ ਹੈ ਬਹੁਤ ਜ਼ਿਆਦਾ ਹਾਈ ਹੈ। ਤਾਂ ਕੀ ਕਰਦਾ ਉਹ ਆਪਣੇ ਜਦੋਂ ਕਰੰਟ ਪਾਸ ਕਰਾਉਂਦਾ ਬੜਾ ਔਖਾ ਹੋ ਕੇ ਪਾਸ ਕਰਵਾਉਂਦਾ, ਤੇ ਔਖਾ ਹੋ ਕੇ ਪਾਸ ਕਰਵਾਉਣ ਦੇ ਨਾਲ ਕੀ ਹੁੰਦਾ, ਉਹ ਹੀਟ ਦਿੰਦਾ, ਤਾਂ ਬਲਬ ਛੇਤੀ ਗਰਮ ਹੋ ਜਾਂਦਾ, ਉਹ ਹੀਟ ਦਿੰਦਾ। ਬਟ ਉਹ ਇੰਨੀ ਜ਼ਿਆਦਾ ਕਿਉਂਕਿ ਸੜ ਤਾਂ ਸਕਦਾ ਨਹੀਂ, ਫਿਲਹਾਲ ਉਹਦਾ ਮੈਲਟਿੰਗ ਪੁਆਇੰਟ ਬਹੁਤ ਹਾਈ ਹੈ, ਫਿਰ ਉਹ ਕੀ ਉਹ ਲਾਈਟ ਕੱਢ ਦਿੰਦਾ ਆਪਣੇ ਚੋਂ ਬਾਹਰ, ਠੀਕ ਹੈ ਨਾ। ਤਾਂ ਉਹਦੇ ਵਿੱਚੋਂ ਕੀ ਲਾਈਟ ਬਾਹਰ ਨਿਕਲ, ਜੇ ਲਾਈਟ ਬਾਹਰ ਨਿਕਲ ਜਾਂਦੀ ਤਾਂ ਗਲੋ ਕਰਦਾ, ਤੇ ਉਹੀ ਸਾਡੇ ਕੋਲ ਵਰਕਿੰਗ ਹੈ ਉਹਦੀ, ਠੀਕ ਹੈ। ਹੀਟਿੰਗ ਇਫੈਕਟ ਸਮਝ ਲੱਗੀ ਗੱਲ। ਇਸੇ ਤਰੀਕੇ ਨਾਲ ਗੀਜ਼ਰ ਆ, ਗੀਜ਼ਰ ਵੀ ਕੀ ਕਰਦਾ ਆ, ਗੀਜ਼ਰ ਦੇ ਵਿੱਚੋਂ ਵੀ ਜਦੋਂ ਆਪਾਂ ਕਰੰਟ ਪਾਸ ਕਰਵਾਉਂਦੇ ਆ ਤਾਂ ਉਸ ਜਿਸ ਮਟੀਰੀਅਲ ਤੋਂ ਬਣਿਆ ਹੁੰਦਾ ਆ ਉਹ ਮਟੀਰੀਅਲ ਕੀ ਕਰਦਾ ਆ, ਉਹ ਮਟੀਰੀਅਲ ਛੇਤੀ ਪਿਘਲਦਾ ਨਹੀਂ ਹੈ, ਉਹ ਵੀ ਕੀ ਕਹਿੰਦਾ ਜਦੋਂ ਚੋਂ ਕਰੰਟ ਪਾਸ ਹੁੰਦਾ ਤਾਂ ਉਹ ਹੀਟ ਵੀ ਦੇਣੀ ਸ਼ੁਰੂ ਕਰ ਦਿੰਦਾ ਹੈ, ਠੀਕ ਹੈ। ਆਰ ਯੂ ਗੈਟਿੰਗ ਮਾਈ ਪੁਆਇੰਟ? ਜੋ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਬੇਟਾ ਸਮਝ ਲੱਗਦੀ ਪਈ ਹੈ, ਠੀਕ ਹੈ। ਆਪਾਂ ਬਹੁਤ ਥਿਊਰੀ 'ਚ ਸਮਝਦੇ ਪਿਆ ਜੀ, ਕਿਉਂਕਿ ਬਹੁਤ ਸਾਰੀ ਚੀਜ਼ਾਂ ਐਸੀ ਜਿਹੜੀ ਸਾਡੇ ਘਰਾਂ ਵਿੱਚ ਹੋ ਰਹੀਆਂ ਨੇ ਬਟ ਸਾਨੂੰ ਉਹਦੇ ਬਾਰੇ ਪ੍ਰੋਪਰ ਨੌਲੇਜ ਨਹੀਂ ਸੀ, ਉਹ ਆਪਾਂ ਸਮਝਦੇ ਪਿਆ ਪੂਰੀ, ਠੀਕ ਹੈ। ਹੁਣ ਇਹ ਵਾਲੀ ਜਿਹੜੀ ਬੈਟਰੀ ਆ ਇਹ ਕੀ ਪ੍ਰੋਵਾਈਡ ਕਰਦੀ ਪਈ ਹੈ, એનર્ਜੀ। ਇੱਥੋਂ ਆਇਆ ਨਾ ਸਾਡੇ ਕੋਲ ਬੇਟਾ ਵੋਲਟੇਜ ਇਕੁਅਲਸ ਟੂ ਵਰਕ ਡਨ ਅਪਨ ਚਾਰਜ। ਸੋ ਇਹ ਵਰਕ ਡਨ ਕੀ ਹੁੰਦਾ, એનર્ਜੀ। ਵਰਕ ਕੰਮ ਕੌਣ ਕਰਦਾ, ਇਹ ਬੈਟਰੀ ਦੇ ਵਿੱਚ ਜਿਹੜੀ એનર્ਜੀ ਹੋਏਗੀ, ਇਸ ਦੇ ਵਿੱਚ ਜਿਹੜੀ ਕੈਮੀਕਲ એનર્ਜੀ ਹੈ, ਕੈਮੀਕਲ એનર્ਜੀ ਹੁੰਦੀ ਹੈ ਵਿੱਚ ਕੈਮੀਕਲਸ ਹੁੰਦੇ ਆ, ਕਿਸੇ ਬੈਟਰਾ ਤੁਹਾਡੇ ਘਰਾਂ ਵਿੱਚ ਪਿਆ ਹੋਊਗਾ ਇਨਵਰਟਰ ਦੇ ਨਾਲ, ਉਹਦੇ ਵਿੱਚ ਕੈਮੀਕਲਸ ਹੁੰਦੇ ਆ, ਠੀਕ ਹੈ, ਜਿਹੜੇ ਕਿ ਪੋਜ਼ਿਟਿਵ ਨੈਗੇਟਿਵ ਇਲੈਕਟ੍ਰੋਨਸ ਨੂੰ ਲਗਾਤਾਰ ਫਲੋ ਕਰਵਾਉਂਦੇ ਰਹਿੰਦੇ ਆ, ਉਹ ਉਸ ਇਲੈਕਟ੍ਰੋਲਾਈਟ ਦੇ ਵਿੱਚੋਂ ਫਲੋ ਕਰਕੇ ਇੱਕ ਪਾਸੇ ਪੋਜ਼ਿਟਿਵ ਇੱਕ ਪਾਸੇ ਨੈਗੇਟਿਵ ਹੁੰਦਾ ਰਹਿੰਦਾ, ਔਰ ਦੇਅਰਫੋਰ ਜਿਹੜੇ ਇਲੈਕਟ੍ਰੋਨਸ ਨੇ ਲਗਾਤਾਰ ਮੂਵ ਕਰਦੇ ਰਹਿੰਦੇ ਆ ਔਰ ਵਰਕਿੰਗ ਹੁੰਦੀ ਰਹਿੰਦੀ, ਸਾਡੇ ਕੋਲ ਜਿਹੜਾ ਰੈਸਿਸਟਰ ਉਹ ਚੱਲਦਾ ਰਹਿੰਦਾ ਹੈ। ਕੀ ਹੋ ਰਿਹਾ, એનર્ਜੀ ਫਿਰ ਕੀ ਆਏਗਾ, એનર્ਜੀ ਇਕੁਅਲਸ ਟੂ V into Q, ਓਕੇ। ਸਾਨੂੰ ਪਤਾ ਹੈ એનર્ਜੀ ਵਰਕ ਡਨ, ਠੀਕ ਹੈ, ਵਰਕ ਡਨ એનર્ਜੀ ਸੇਮ ਚੀਜ਼ਾਂ ਹੈ। ਆਪਾਂ ਪਿਛਲੀ ਸਾਲ ਦੀ ਕਲਾਸ ਵਿੱਚ ਵੀ 9th ਕਲਾਸ ਚ ਤੁਸੀਂ ਪੜਿਆ ਹੋਣਾ ਚੀਜ਼ ਕਿ ਵਰਕ ਡਨ ਬੇਟਾ ਕੀ ਹੁੰਦਾ ਆ, ਪਾਵਰ ਇਨਟੂ ਟਾਈਮ। ਕਿ ਪਾਵਰ ਕੀ ਹੁੰਦੀ ਹੈ, ਵਰਕ ਡਨ ਇਨਟੂ ਟਾਈਮ, ਵਰਕ ਡਨ ਬਾਈ ਟਾਈਮ। ਇੱਥੋਂ ਮੈਂ ਪਾਵਰ ਫਾਈਂਡ ਕਰਨੀ ਹੋਵੇ ਤਾਂ ਕੀ ਹੋਏਗੀ, ਇਸੇ ਕੇਸਿਸ ਤੋਂ ਸਾਡੇ ਕੋਲ ਪਾਵਰ ਕੀ ਆ ਜਾਏਗੀ, ਵਰਕ ਡਨ ਅਪਨ ਟਾਈਮ। तो वर्क डन फिर की होएगा, V into Q by T। V into Q by T की ਹੁੰਦਾ करंट, therefore power equals to V into I। सो ਜਿਹੜੀ बैटरी है वो की क्रिएट करवाਉਂਦੀ है पावर। बैटरी ਦੱਸਦੀ ਪਈ ਹੈ ਕਿ ਮੈਂ ਕਿੰਨੀ ਅਮਾਉਂਟ ਦੀ ਵੋਲਟੇਜ ਜਿਹੜੀ ਹੈ ਉਸ ਕਿੰਨੀ ਅਮਾਉਂਟ ਦਾ ਮੈਂ ਕਰੰਟ ਭੇਜਦਾ ਤਾਂ ਕਿ ਕੰਮ ਛੇਤੀ ਹੋ ਸਕੇ। ਪਾਵਰ ਦਾ ਮਤਲਬ ਤੇ ਹੀ ਹੋਇਆ ਨਾ। ਦੇਖੋ ਇੱਕ ਬੈਟਰੀ ਨੇ ਆਪਣੇ ਵਿੱਚੋਂ ਦੀ ਇਲੈਕਟ੍ਰੋਨਸ ਨੂੰ ਪਾਸ ਕਰਵਾਇਆ, ਇਲੈਕਟ੍ਰੋਨਸ ਨੂੰ ਭੇਜਿਆ, ਉਹ ਇਲੈਕਟ੍ਰੋਨਸ ਕਿਸੇ ਰੈਸਿਸਟਰ ਦੇ ਵਿੱਚੋਂ ਦੀ ਜਾ ਕੇ ਪਾਸ ਆਊਟ ਕਰਦੇ ਪਏ ਆ, ਠੀਕ ਹੈ। ਹੁਣ ਉਹ ਰੈਸਿਸਟਰ ਜਿਹੜਾ ਆ ਉਹ ਕਿਉਂਕਿ ਪਾਵਰ ਨੂੰ ਪੈਦਾ ਕੌਣ ਕਰ ਰਿਹਾ ਹੈ, ਪਾਵਰ ਨੂੰ ਪੈਦਾ ਕੌਣ ਕਰ ਰਿਹਾ, ਵਰਕ ਡਨ ਨਹੀਂ ਪੈਦਾ ਕਰਦਾ ਪਿਆ, ਕਿਉਂਕਿ ਵਰਕ ਡਨ ਤੋਂ ਪਾਵਰ ਆਈ ਨਾ, ਵਰਕ ਡਨ ਬਾਈ ਟਾਈਮ ਇਕੁਅਲਸ ਟੂ ਪਾਵਰ, ਠੀਕ ਹੈ ਜੀ। ਸੋ ਵਰਕ ਡਨ ਤੋਂ ਪਾਵਰ ਆਈ ਹੈ। ਸੋ ਜਿਹੜਾ ਵਰਕ ਡਨ ਹੈ ਉਹ ਅਗਰ ਕਿਸੇ ਰੈਸਿਸਟਰ ਨੂੰ ਜਾ ਕੇ ਵਰਕ ਕਰਵਾ ਰਿਹਾ ਹੈ, ਉਹ ਜਿਹੜਾ ਵਰਕ ਡਨ ਹੈ ਉਹ ਕਿਸੇ ਰੈਸਿਸਟਰ ਨੂੰ ਜਾ ਕੇ ਅੱਗੇ ਕੰਮ ਕਰਵਾ ਰਿਹਾ ਹੈ, ਤਾਂ ਉਸ ਵਾਲੇ ਕੇਸ 'ਚ ਕੀ ਹੋਏਗਾ, ਆ ਰੈਸਿਸਟਰ ਹੈ ਜਿਸ ਨੂੰ ਵਰਕ ਕਰਾਉਣਾ, ਕਰਵਾ ਕੌਣ ਰਿਹਾ ਹੈ, बैटरी। बैटरी ने किया वर्क, बैटरी मींस इलेक्ट्रॉन्स पास करवा दिए, और जेड़ा ए वाला साडे को रेसिस्टर है, ये रेसिस्टर की करता पे आगे ये पावर कंज्यूम करेगा, और पावर कंज्यूम करवाई किथों, पावर वो यूज कितना करता पे, क्यों, क्योंकि बैटरी तो की आया सी, बैटरी तो की आया सी, इस बैटरी इलेक्ट्रॉन्स गए सी जिन्हें करंट पैदा किया। इत्थे देखो यार और चंगी तरह समझ लिया, मार्कर बेटा फिल हो चुके हैं पूरे। आ देखो आ साडे को एक डिवाइस, आ दूसरा डिवाइस, आ साडे कोल की है बैटरी है, इधरों इलेक्ट्रॉन्स, इधर सॉरी करंट जा रहा है, इधरों इलेक्ट्रॉन्स जा रही है, जिन्हें इलेक्ट्रॉन के अकॉर्डिंगली करंट पैदा हो रहा है। आ रेसिस्टर 1 है, आ रेसिस्टर 2 है, यदि जो वोल्टेज होएगी सीरीज के पैरेलल में जो वोल्टेज सेम, तो एक को वोल्टेज आ गई, वोल्टेज आ गई, वोल्टेज तो की आ रहा है, चार्ज अपॉन वर्क डन अपॉन चार्ज, वर्क डन आ गया, वर्क डन आ गया V into Q। सो V into Q, इस तो बाद अगर डिवाइड बाई T, तो मींस मैं इसको अगर डिवाइड बाई T कर दवा तो की पैदा हो जाती है, पावर। तो पावर की आ गई V by Q by T, सो की आ गई V into Y। सो ए वाली पैरेलल दे विच की सेम रहिंदा,
वोल्टेज तो की आया वर्क डन। सो हर एक रजिस्टर जेड़ा कितनी पावर कंज्यूम करेगा कित्थों आएगा V इंटू आई। गल समझ लगी? एक बार मैं बेटा माड़ा चेक कर लवा वीडियो सही बात नहीं होल्ड करो जरा। ओके साडे कोल पोटेंशियल सी, पोटेंशियल पैरेलल दे विच सेम रहिंदा हर एक रजिस्टर दे। उस पोटेंशियल ने की पैदा किया हर एक रजिस्टर दे विच पावर आ गई। ये पावर कितनी खा रहा है, पावर कितनी कंज्यूम करता है, ਇਹਦਾ फार्मूला किदा आया, पावर आई किदा पोटेंशियल गया। पोटेंशियल ਦਾ फार्मूला ਸਾਡੇ ਕੋਲ ਕੀ ਹੁੰਦਾ ਆ, ਆਇਆ ਸੀ ਨਾ पोटेंशियल इक्वल्स टू वर्क डन अपॉन चार्ज। इथों वर्क डन ਜਾਂ એનર્ਜੀ ਆ ਗਈ ਉਹ ਕੀ ਆਇਆ V इंटू क्यू। V इंटू क्यू मतलब इथे V इंटू क्यू बाय टी हो गया। V इंटू क्यू बाय टी मीन्स क्यू बाय टी तो पावर कितनी आ गई V इंटू आई। V इंटू आई एक केस ਦੇ ਨਾਲ ਆ ਕੇਸ ਦੇ ਵਿੱਚ ਸਾਡੇ ਕੋਲ ਪਾਵਰ ਆ ਗਈ V इंटू आई। ਹੋਰ ਸਾਡੇ ਕੋਲ ਬੇਟਾ ਪਾਵਰ ਦੇ ਫਾਰਮੂਲੇ ਕਿਹੜੇ-ਕਿਹੜੇ ਹੋ ਸਕਦੇ ਆ ਦੇਖੋ ਜੀ ਚੰਗੀ ਤਰ੍ਹਾਂ। ਇੱਕ ਸਾਡੇ ਕੋਲ ਪਾਵਰ ਦਾ ਫਾਰਮੂਲਾ ਹੈ V इंटू आई। ਸਾਨੂੰ ਪਤਾ V IR ਹੁੰਦਾ ਓਮਸ ਲਾ ਤੋਂ। ਮੈਂ ਫਾਰਮੂਲੇ ਹੋਰ ਕਿਹੜੇ ਬਣਦੇ ਆ V ਜਗ੍ਹਾ ਮੈਂ IR ਫਿਲ ਕਰਤਾ I इंटू R ਤੇ ਆ ਇੱਕ I ਪਹਿਲਾਂ ਸੀ ਤੇ ਕੀ ਬਣ ਗਿਆ I ਸਕੁਅਰ इंटू R। एक पावर का होर फार्मूला बन गया। होर फार्मूला की है आ एक V ते I च बन गया एक I ते R च बन गया। हुण R ते V च बनाउणा ਇਹਦਾ मतलब I बार स्किप कर दी इथों I ਕੱਢ ਲਿਆ ਜਾਵੇ ਉਹ ਕੀ ਆਊਗਾ V बाय R। ਇਸੇ ਵਿੱਚ ਜਾ ਕੇ ਫਿਲ ਕਰਦਾ ਜਾਵੇ ਤਾਂ P ਕੀ ਬਣ ਜਾਂਦਾ ਹੋਰ V है ਇੱਕ ਕੀ ਆ ਗਿਆ V बाय R तो ਕੀ ਬਣ ਗਿਆ V ਸਕੁਅਰ बाय R। ਸੋ ਬੇਟਾ ਪਾਵਰ ਦੇ ਕਿੰਨੇ ਫਾਰਮੂਲੇ ਬਣ ਗਏ ਇੱਕ ਬਣਿਆ ਇਹ 1 ਇੱਕ ਬਣਿਆ 2 ਇੱਕ ਬਣਿਆ 3। ਕੁਐਸਚਨ ਕੀ ਆ ਜਾਂਦਾ ਯਾਰ ਉਹ ਕਹਿੰਦੇ ਡਰਾਈਵ ਕਰੋ ਪਾਵਰ ਦਾ ਰਿਲੇਸ਼ਨ। ਪਾਵਰ ਦਾ ਰਿਲੇਸ਼ਨ ਮੀਨਸ ਆ ਤਿੰਨਾਂ ਵਿੱਚੋਂ ਕੋਈ ਵੀ ਫਾਈਂਡ ਕਰਨ ਕਹਿ ਸਕਦਾ। ਕਰਨਾ ਕਿੱਥੋਂ ਆ ਕਿੱਦਾਂ ਕਰਾਂਗੇ ਸਾਡੇ ਕੋਲ बैटरी है बैटरी ਤੋਂ ਸਟਾਰਟ ਲਾ ਦੋ। बैटरी ਕਿਹਦੇ ਬਰਾਬਰ ਹੁੰਦੀ ਏ ਆ ਫਿਰ ਦੁਬਾਰਾ ਕਰ ਲਗਾ ਬੇਟਾ ਇੱਥੇ ਮੈਂ ਇਹ ਸੀ ਸਾਡੇ ਕੋਲ पोटेंशियल ਮੀਨਸ बैटरी ਤੋਂ ਆਇਆ पोटेंशियल ਹੋ ਕੀ ਹੁੰਦਾ ਵਰਕ ਡਨ ਅਪਨ ਚਾਰਜ। ਇੱਥੋਂ ਵਰਕ ਡਨ ਆਇਆ ਵਰਕ ਡਨ ਕੀ ਆ ਗਿਆ Q into V। ਇਹ ਆ ਗਿਆ ਸਾਡੇ ਕੋਲ Q into V। ਸਾਨੂੰ ਪਤਾ ਪਾਵਰ ਕੀ ਹੁੰਦੀ ਏ ਵਰਕ ਡਨ ਅਪਨ ਟਾਈਮ देयरफॉर Q into V by T। इथों Q by T की हो गया I। सो पावर की आ गई V इंटू आई। अगे ओम्स ला लगा के अपने को दो रिलेशन होर बन जाते हैं वो किहड़े सी ये वाले। समझ लगी गल? पहला रिलेशन पावर का दूसरा और तीसरा एक ही है कि हर एक डिवाइस जिन्ने भी डिवाइस पैरेलल च लगे जिदा भी लगे होंगे ये सारे दे सारे कितनी पावर कंज्यूम करते हैं वो साडे कोल फार्मूले की होंगे। ये आ V की होएगा पैरेलल च मन्निया वोल्टेज सेम रहिंदी है। हाँ जी एक ही वोल्टेज होनी एक ही वोल्टेज होनी V आ गया। ये करंट कितना होगा वो आप फाइंड कर लेना और सानू पता लगना कि ये पावर कितनी खा रहा है। ठीक है आ सेकंड वाले च भी इदां ही। और जे हुण एक रिलेशन आ भी लगा सारा कर सकते हैं। अगर सानू वोल्टेज नहीं पता सानू इतना पता इसकी रेजिस्टेंस कितनी है ये करंट कितना पास हो रहा है आप सीधा फार्मूला लगा देंगे। सानू करंट नहीं पता सानू इतना पता कि रेजिस्टेंस कितनी है सानू इतना पता कि वोल्टेज कितनी है क्योंकि पैरेलल च वोल्टेज सेम दी वोल्टेज कितनी है। सो आप नतीजा बनू साडी मर्जी है बेटा असीं इन्हां तिन्नां चों किहड़ा फार्मूला यूज करना। इट्स टोटली डिपेंडिंग अपॉन अस कि आपां इन्हां चों किहड़ा फार्मूला यूज करना ताकि किसी भी तरीके दे नाल साडा जिहड़ा साम आ सौखा हो सके। गल समझ लगी? सो आ सी बेटा इस दे विचों हुण पावर साडे कोल आ गया ਤੇ ਜੇ ਮੈਂ ਵਰਕ ਡਨ ਦੇ ਫਾਰਮੂਲੇ ਜਾਂ એનર્ਜੀ ਦੇ ਫਾਰਮੂਲੇ ਬਣਾਉਣੇ ਹੋਣ ਤਾਂ ਉਹ ਕੀ ਬਣ ਜਾਣਗੇ ਵਰਕ ਡਨ ਜਾਂ એનર્ਜੀ ਉਹ ਕੀ ਨਾ ਪਾਵਰ ਇਨਟੂ ਟਾਈਮ। देयरफॉर એનર્ਜੀ ਕੀ ਆ ਜਾਊਗਾ ਪਹਿਲੇ ਵਾਲੇ ਕੇਸ ਚੋਂ ਪਾਵਰ ਇਨਟੂ ਟਾਈਮ ਕੀ ਬਣ ਗਿਆ V ਇਨਟੂ I ਇਨਟੂ T। ਹੋਰ ਕੀ ਬਣ ਗਿਆ I ਸਕੁਅਰ ਇਨਟੂ R ਇਨਟੂ T। ਹੋਰ ਕੀ ਬਣ ਗਿਆ V ਸਕੁਅਰ ਅਪਨ R ਇਨਟੂ T। ਆ ਤਿੰਨ ਫਾਰਮੂਲੇ ਸਾਡੇ ਕੋਲ એનર્ਜੀ ਦੇ ਵੀ ਬਣ ਗਏ। ਸੋ ਕੀ ਔਖਾ ਹੈ याद की रखना पिया सिर्फ कि हर चीज स्टार्ट कितों हो रही है बैटरी तो। बैटरी ने की फ्लो करवाया इलैक्ट्रॉन्स। इलैक्ट्रॉन्स तो की पैदा होया करंट। करंट हर एक डिवाइस चो पास होएगा तो किन्ने अमाउंट का करंट जा रहा है किन्ने दसिया सानू बैटरी ने दसिया ना कि बैटरी किन्ने इलैक्ट्रॉन्स भेज उहदे नाल उन्ना अमाउंट का करंट। तो जिन्नी वोल्टेज ओदे चो उन्ना ही ओदे अकॉर्डिंगली उन्ना ही करंट। सो वोल्टेज करंट सानू पता रेजिस्टेंस की वैल्यू सानू पता है। सो अगर सारे डिवाइसेस किदां लगे सानू पता कि वर्क डन किदे बराबर हुंदा पावर इनटू टाइम। इथों पावर फाइंड कर लेंगे वर्क डन बाय टी। ठीक है वो आ गया साडे कोल सानू वोल्टेज का फार्मूला पता है W बाय Q। वैल्यू फिल की पावर दे रिलेशन आ गए पावर दा रिलेशन आ गया एनर्जी दा रिलेशन आ गया ये ਆਪਾਂ फाइंड करने सी हीटिंग इफेक्ट ऑफ इलैक्ट्रिक सर्किट कि हीट कितना आ रही है। हीट की है एनर्जी भी की है एक तरह की हीट ही है इन्नी हीट लिबरेट हो रही है वो की है आ साडे को तीन केस आ गए।
ਇਹਦੇ ਅਕੋਰਡਿੰਗਲੀ ਹੀਟ ਲਿਬਰੇਟ ਹੁੰਦੀ ਹੈ। ਇਹ 'ਚ ਇੱਕ ਚੀਜ਼ ਪੁੱਛ ਲੈਂਦੇ ਆ, ਜਾਊਲਸ ਲਾ ਆਫ ਹੀਟਿੰਗ ਕੀ ਹੁੰਦਾ? ਇੱਥੇ ਆਪਾਂ ਕੱਢ ਕਰਦੇ ਨੇ ਜਿਹੜਾ ਜਾਊਲਸ ਲਾ ਆਫ ਹੀਟਿੰਗ। ਇਹਨਾਂ ਤਿੰਨ, ਹੀਟਿੰਗ ਮੀਨਸ H ਮੀਨਸ એનર્ਜੀ ਹੀ ਹੈ, ਹੀਟਿੰਗ ਹੈ ਨਾ, H ਹੀਟਿੰਗ ਹੀ ਹੈ। ਇਹ ਚੋ ਜਿਹੜਾ ਆਹ ਵਾਲਾ ਬੇਟਾ ਫਾਰਮੂਲਾ ਹੈ, ਇਸ ਨੂੰ ਬੋਲਦੇ ਆ ਆਪਾਂ ਜਾਊਲਸ ਲਾ ਆਫ ਹੀਟਿੰਗ। ਆ ਤਿੰਨ ਫਾਰਮੂਲੇ ਸੀ। E वाला फॉर्मूला मींस H, E एनर्जी मींस H हीट, I स्क्वायर इनटू R इनटू T। इस फॉर्मूले ਨੂੰ ਆਪਾਂ ਬੋਲਦੇ ਆ ਬੇਟਾ ਜਾਊਲਸ ਲਾ ਆਫ ਹੀਟਿੰਗ। ਔਰ ਪੁੱਛ ਲੈਂਦੇ ਜਾਊਲਸ ਲਾ ਆਫ ਹੀਟਿੰਗ ਕੀ ਹੈ, ਆਪਾਂ ਲਿਖਾਂਗੇ H I स्क्वायर इनटू R इनटू T, where H directly proportional to the square of the current, H directly proportional to the resistance of the device, H directly proportional to time। ਹੀਟ ਕਿੱਦਾਂ? ਪ੍ਰੈਸ ਵਾਲੇ ਕੇਸ ਤੇ ਲਗਾ ਕੇ ਦੇਖ ਲਈਏ, ਠੀਕ ਹੈ ਨਾ। ਸਾਡੇ ਘਰਾਂ ਵਿੱਚ ਪ੍ਰੈਸ ਪਈਆਂ ਹੋਣਗੀਆਂ, ਉਹ ਹੀਟਿੰਗ ਡਿਵਾਈਸ ਵਿੱਚ ਉਹ ਕਿੰਨੀ ਹੀਟ, ਕਿੱਦਾਂ ਹੀਟ ਦਊਗੀ? ਜਿੰਨੀ ਦੇਰ ਤੱਕ ਜਿੰਨੇ ਅਮਾਉਂਟ ਦਾ ਜੋ ਕਰੰਟ ਪਾਸ ਹੋਇਆ, ਕਰੰਟ ਕੀ ਹੈ? ਡਬਲ ਹੈ, ਇਹਦਾ ਮਤਲਬ ਕਰੰਟ ਮੋਰ ਵਿਲ ਬੀ ਦਾ ਹੀਟ। ਸੈਕਿੰਡ, ਉਸ ਦੀ ਆਪਣੀ ਰੈਸਿਸਟੈਂਸ ਵੈਲਿਊ, ਅਗਰ ਉਹ ਰੈਸਿਸਟਰ ਜਿਹੜੀ ਆਪਣੀ ਉਹਦੀ ਰੈਸਿਸਟੈਂਸ ਵੈਲਿਊ ਬਹੁਤ ਜ਼ਿਆਦਾ ਹਾਈ ਹੈ, ਜਿੰਨੀ ਰੈਸਿਸਟੈਂਸ ਉਹਦੀ ਜ਼ਿਆਦਾ ਹਾਈ ਹੋਊਗੀ ਉਹਨਾਂ ਉਹ ਚੋਂ ਜ਼ਿਆਦਾ ਹੀਟ। ਜਿੰਨੀ ਦੇਰ ਤੱਕ ਅਸੀਂ ਪ੍ਰੈਸ ਨੂੰ ਜ਼ਿਆਦਾ ਗਰਮ ਕਰਕੇ ਰੱਖਿਆ, ਟਾਈਮ ਹੈ ਨਾ, ਜਿੰਨਾ ਟਾਈਮ ਬਾਅਦ ਉਹਨਾਂ ਹੀਟ, ਜਿੰਨੀ ਦੇਰ ਤੱਕ ਗਰਮ ਕਰਕੇ ਰੱਖਿਆ ਉਹਦੇ ਅਕੋਰਡਿੰਗਲੀ ਉਨੀ ਜ਼ਿਆਦਾ ਹੀਟ। ਸੋ ਆ ਕੀ ਸੀ? ਜਾਊਲਸ ਲਾ ਆਫ ਹੀਟਿੰਗ। ਉਮੀਦ ਆ ਤੁਹਾਨੂੰ ਬੇਟਾ ਸਭ ਕੁਝ ਸਮਝ ਆ ਗਿਆ ਹੋਣਾ। ਇਸ ਨੂੰ ਧਿਆਨ ਨਾਲ ਸਮਝਣਾ, ਕਾਪੀਜ਼ ਉੱਪਰ ਕਰਨਾ, ਨੋਟਸ ਬਣਾ ਕੇ ਰੱਖਣੀ। ਇਹਦਾ ਜਲਦੀ ਨਾਲ ਤੁਸੀਂ ਨੋਟਸ ਬਣਾਓ, ਸਕਰੀਨਸ਼ਾਟ ਲੈਣਾ, ਸਕਰੀਨਸ਼ਾਟ ਲਓ, ਤੁਹਾਡੀ ਮਰਜ਼ੀ ਹੈ ਬੇਟਾ। ਮੈਂ ਪੌਜ਼ ਕਰ ਰਿਹਾ ਵਾਂ, ਇਸ ਤੋਂ ਬਾਅਦ ਕਿਹਦਾ ਨੁਮੈਰੀਕਲ ਕਰਨਾ, ਫਿਰ ਆਪਾਂ ਆਫ। एक बेटा आप एग्जांपल लेके चलते पे हैं, एनसीईआरटी का क्वेश्चन नंबर 15 है, बहुत अच्छा न्यूमेरिकल है और पेपर ਦੇ ਵਿੱਚ ਵੀ क्वेश्चन कुछ इसे ही तरीके ਦੇ ਹੁੰਦੇ ਆ। क्वेश्चन ਵਿੱਚ देखो ਕੀ ਕਹਿ ਰਿਹਾ ਹੈ, टू लैंप्स ਇੱਕ ਦੀ ਰੇਟਡ ਮੀਨਸ ਬੇਟਾ ਕੀ ਹੁੰਦਾ? ਜੋ ਤੁਸੀਂ ਕੋਈ ਵੀ ਚੀਜ਼ ਖਰੀਦਦੇ ਹੋ ਉਹਦੇ ਐਨਵੈਲਪ ਦੇ ਉੱਪਰ ਉਹਦੀ ਰੇਟਿੰਗਸ ਲਿਖੀ ਹੁੰਦੀ ਹੈ, ਮੀਨਸ ਉਹਦੀ ਕਰੰਟ ਰੇਟਿੰਗ ਲਿਖੀ ਹੁੰਦੀ ਹੈ, ਪੂਰਾ A to Z ਸਭ ਕੁਝ ਲਿਖਿਆ ਹੁੰਦਾ ਉਹਦੇ ਉੱਪਰ, ਠੀਕ ਹੈ। ਰੇਟਡ ਮੀਨਸ ਉਹਦੇ ਉੱਪਰ ਲਿਸਟਡ ਵੈਲਿਊ ਜੋ ਲਿਖੀ ਹੋਈ ਹੈ ਕਿ ਉਹ ਕਿੰਨੇ ਲੈਂਪ, ਕਿੰਨੀ ਉਹਦੀ ਵੈਲਿਊਜ਼, ਜੋ ਸਭ ਚੀਜ਼ਾਂ, ਉਹਦੀ ਫ੍ਰੀਕੁਐਂਸੀ ਕਿੰਨੀ ਹੈ, ਵੋਲਟੇਜ ਕਿੰਨੀ ਤੇ ਚੱਲਦਾ, ਔਰ ਉਹ ਪਾਵਰ ਕਿੰਨੀ ਕੰਜ਼ਿਊਮ ਕਰਦਾ, એનર્ਜੀ ਕਿੰਨੀ ਕੰਜ਼ਿਊਮ ਕਰਦਾ, ਜੋ ਕਰੰਟ ਕਿੰਨਾ ਪਾਸ ਹੁੰਦਾ, A to Z ਸਭ ਕੁਝ ਜਿਹਦੇ ਉੱਪਰ ਲਿਖਿਆ ਹੁੰਦਾ, ਉਹ ਲਿਖੀ ਹੋਈ ਚੀਜ਼। ਟੂ ਲੈਂਪਸ, ਵਨ ਰੇਟਡ 100 ਵਾਟ ਐਟ 220 ਵੋਲਟ, 220 ਵੋਲਟ ਤੇ ਚੱਲਦਾ ਤੇ 100 ਵਾਟ ਪਾਵਰ ਆ। ਇੱਕ ਹੋਰ ਹੈ ਉਹ 60 ਵਾਟ ਹੈ, 220 ਚੱਲਦਾ। ਆਰ ਕਨੈਕਟਡ ਇਨ ਪੈਰਲਲ ਟੂ ਅ ਇਲੈਕਟ੍ਰਿਕ ਮੇਨ ਸਪਲਾਈ। करंट फाइंड करना कितना है? इफ वोल्टेज इज 220 वोल्ट। एक resistor both are connected in parallel with a supply कितनी 220 वोल्ट, ठीक है बेटा। ये आप 220 वोल्ट सप्लाई देती है। कंफ्यूज नहीं होना बेटा, पहला भी मैं इन्नी गल बोल चुका वा। ਇਹ ਹਾਊਸ ਹੋਲਡ ਦੀ ਗੱਲ ਹੋ ਰਹੀ ਹੈ, ਸੋ ਇੱਥੇ ਆਪਾਂ ਬੈਟਰੀ ਵਾਲਾ ਵਰਡ ਦੀ ਯੂਜ਼ ਕਰਨਾ। ਇੱਥੇ ਆਪਾਂ ਡਿਵਾਈਸ ਲਗਾਈਦਾ, ਇਸ ਨੂੰ ਆਪਾਂ ਕਹਿੰਦੇ ਆ AC 220 ਵੋਲਟ ਹੈ। ਇਸ ਨੂੰ ਤੁਸੀਂ ਅਗਰ ਇਦਾਂ ਲਿਖ ਦੋਗੇ ਤਾਂ ਵੀ ਗਲਤ ਨਹੀਂ ਹੋਏਗਾ, ਠੀਕ ਹੈ। ਕਿ 220 ਵੋਲਟ ਹੈ, ਇਹ ਬੈਟਰੀ ਹੈ, ਠੀਕ ਹੈ। ਸੋ ਆਪਣੇ ਕੋਲ ਇਹ ਵੈਲਿਊ ਕੀ ਹੋਵੇਗਾ? 220 ਵੋਲਟ। ਦੋ ਸਾਡੇ ਕੋਲ ਲੈਂਪਸ ਨੇ, ਇੱਕ ਦੀ ਵੈਲਿਊ ਹੈ, ਇੱਕ ਦੀ ਪਾਵਰ ਹੈ 100 ਵਾਟ, ਵੈਲਿਊ ਹੈ, ਵੋਲਟੇਜ ਹੈ 220 ਵੋਲਟ ਤੇ ਚੱਲਦਾ। ਦੂਸਰੀ ਦੀ ਪਾਵਰ ਹੈ 60 ਵਾਟ ਤੇ ਵੈਲਿਊ ਦੀ ਵੀ ਹੈ 220 ਵੋਲਟ ਤੇ ਚੱਲਦਾ। देयरफॉर ਵੋਲਟੇਜ ਸੇਮ ਹੈ ਜਿੰਨੀ ਆਪਾਂ ਪ੍ਰੋਵਾਈਡ ਕੀਤੀ ਸੀ, ਔਰ ਦੋਨੋਂ ਕਿਵੇਂ ਪੈਰਲਲ ਕਨੈਕਟ ਹੈ, ਕਿਉਂਕਿ ਪੈਰਲਲ ਵੋਲਟੇਜ ਵੀ ਕੀ ਰਹਿੰਦੀ ਸੇਮ, ਔਰ ਉਹਨਾਂ ਨੇ ਕਿਹਾ ਵੀ ਹੈ ਕਿ ਦੋਵੇਂ ਕਨੈਕਟ ਕਿਦਾਂ ਨੇ? ਪੈਰਲਲ ਚ। ਇੱਕ ਛੋਟੀ ਚੀਜ਼ ਆਪਾਂ ਪੜ੍ਹਨੀ ਬੇਟਾ ਪਿਛਲੇ ਲੈਕਚਰ ਦੇ ਵਿੱਚ ਭੁੱਲੇ ਆ, ਉਹ ਕੀ ਹੈ ਕਿ ਪਾਵਰ ਦਾ ਯੂਨਿਟ ਕੀ ਹੁੰਦਾ ਔਰ એનર્ਜੀ ਦਾ ਯੂਨਿਟ ਕੀ ਹੁੰਦਾ। એનર્ਜੀ ਮੀਨਸ ਵਰਕ ਡਨ, ਦੋਨਾਂ ਯੂਨਿਟ ਕੀ ਹੈ? ਪਾਵਰ ਦਾ ਯੂਨਿਟ ਹੁੰਦਾ ਬੇਟਾ ਵਾਟ, ਕੀ ਹੁੰਦਾ? ਵਾਟ। એનર્ਜੀ ਦਾ ਯੂਨਿਟ ਹੁੰਦਾ ਜਾਊਲ, ਕੀ ਹੁੰਦਾ? ਜਾਊਲ। ਅਸੀਂ ਖੁਦ ਹੀ ਕੁਐਸਚਨ ਬਣਾਉਣਾ ਹੈ, ਉਹ ਪੁੱਛ ਸਕਦਾ ਪਾਵਰ 1 ਵਾਟ ਕਦੋਂ ਹੁੰਦੀ ਹੈ, ਠੀਕ ਹੈ। ਇੱਕ ਛੋਟੇ ਕੁਐਸਚਨ ਰੀਕੈਪ ਕਰ ਰਹੇ ਆਪਾਂ ਸਾਰੇ ਪਹਿਲਾਂ। ਉਹ ਪੁੱਛ ਸਕਦੇ ਆ ਕਰੰਟ 1 ਐਂਪੀਅਰ ਕਦੋਂ ਆ, ਪੁੱਛ ਸਕਦੇ ਆ ਵੋਲਟੇਜ 1 ਵੋਲਟ ਕਦੋਂ ਆ, means when voltage is said to be 1 volt, when current is said to be 1 ampere, when power is said to be 1 watt, when एनर्जी और वर्क डन इज सेड टू बी 1 जूल। ये सारे क्वेश्चंस वो पूछ सकता है। सो आप किद्दां कह सकते हैं? रेजिस्टेंस इज सेड टू बी 1 ओम। हाउ? ये आप सब चीजें कदों कह सकते हैं?
देखो सारे लिए फॉर्मूले याद होने चाहिए ने v इक्वल्स टू आई आर पूछ रहा एक कंपेयर कदों है हाँ जी एक कंपेयर कदों है जो इस दी वैल्यू भी 1 इस दी वैल्यू भी 1 मींस v बाय r इक्वल्स टू 1 एंपियर कदों होएगा जब इस दी वैल्यू कितनी होगी 1 वोल्ट तो इस दी वैल्यू 1 ओम ठीक है फॉर्मूला लिखना तुसी when voltage is said to be 1 volt and the resistance of the device is 1 ohm then current passing through it is 1 ampere ਇਹਦਾ ਫਾਰਮੂਲਾ ਬਣਾ ਲਓ ਜਦ ਸਟਾਰਟਿੰਗ ਦੇ ਉੱਪਰ ਸਾਡੇ ਕੋਲ ਫਾਰਮੂਲਾ ਸੀ q/t I equals to q/t 1 coulomb 1 second when charge flowing through a wire has a magnitude of 1 coulomb and the time for which the charge is passing is 1 second then current is said to be 1 एंपियर ਆਪਾਂ ਜਿੰਨੇ ਮਰਜ਼ੀ ਫਾਰਮੂਲੇ ਬਣਾ ਸਕਦੇ ਜਿੰਨੇ ਮਰਜ਼ੀ ਸੇਮ ਉਸੇ ਤਰੀਕੇ ਨਾਲ ਅਗਰ ਇਹਦੇ ਵਿੱਚੋਂ ਵੀ ਇਸੇ ਫਾਰਮੂਲੇ ਤੋਂ ਆਪਾਂ ਇਹਨਾਂ ਦੇ ਔਰ ਇਹਨਾਂ ਦੀ ਬਣਾ ਸਕਦੇ ਹਾਂ ਔਰ ਵਾਟ ਔਰ ਜੂਲ ਵਾਸਤੇ ਕਹਿੰਦਾ ਹੋਵੇ ਤਾਂ ਸਾਨੂੰ ਬੇਟਾ ਪਤਾ ਹੈ ਹੁਣੇ ਆਪਾਂ ਫਾਰਮੂਲਾ ਕਰਕੇ ਹਟੇ ਆ ਵੋਲਟੇਜ ਇਕੁਅਲਸ ਟੂ W ਅਪਨ Q ਵਰਕ ਡਨ ਹੈ ਨਾ ਵਰਕ ਡਨ ਇਕੁਅਲਸ ਟੂ એનર્ਜੀ ਕੀ ਹੋ ਰਿਹਾ V ਇਨਟੂ ਇਹ ਠੀਕ ਹੈ ਇਹ ਬੇਟਾ ਵਰਕ ਡਨ ਦੀ ਗੱਲ ਕਰਦੇ ਆ ਠੀਕ ਹੈ ਇਹ ਵਾਟ ਹੈ ਇਹ ਵਾਟ ਹੋਰ ਚੀਜ਼ ਹੈ ठीक है ये एनर्जी वाला वोट है सो पूछ रहा ध्यान दे नाल सुनना बेटा जरूर तुसी नोट्स बनाओगे स्क्रीनशॉट तो भलेखा नहीं खा लेना ये वाली वर्ड की है एनर्जी है वर्क डन है ठीक है सो ये की है वोल्टेज इनटू चार्ज ते ए दी वैल्यू बेटा 1 जूल कदों होएगी क्योंकि ਇਹਦਾ यूनिट की है जूल एनर्जी ਦਾ कदों होएगा व्हेन वोल्टेज इज 1 वोल्ट एंड चार्ज इज 1 coulomb then energy is said to be 1 joule सेम उसी तरीके ना पावर कदों कह सकते हैं पावर ਦੇ ਹੁਣੇ ਅਸੀਂ ਫਾਰਮੂਲੇ ਬਣਾਏ ਸੀ V into I when voltage is 1 volt current is 1 ampere then the power consumed by that device is 1 watt ਚੇਤਾ ਰੱਖਣਾ ਪੈਣਾ ਸਾਨੂੰ ਬੇਟਾ ਕਿ ਹਰ ਇੱਕ ਦਾ ਯੂਨਿਟ ਕੀ ਹੈ ਕਲੀਅਰ ਇਹ ਕੋਈ ਚੀਜ਼ਾਂ ਸੀ ਸਾਡੇ ਕੋਲ ਬੇਟਾ ਜਿਹੜੇ ਕੁਐਸਚਨ ਵਿੱਚ ਸਾਨੂੰ ਪੁੱਛ ਸਕਦਾ ਆ ਇਸ ਨੂੰ ਆਪਾਂ ਕਲੀਅਰ ਕਰਦੇ ਹੁਣ ਆਪਾਂ ਨਿਊਮੈਰੀਕਲ ਧਿਆਨ ਲੱਗੇ ਆ ठीक है की कह रहा सानू चीजा गिवन ने पूछ की रहा है कि कितनी सप्लाई ए दे रहा सानू करंट कितनी दे रहा है ठीक है जी व्हाट करंट इज ड्रॉन फ्रॉम द लाइन इस सोर्स इस लाइन सोर्स तो कितना करंट ਅਸੀਂ ड्रॉ ਕਰਦੇ हैं जेकर सप्लाई वोल्टेज कितनी है 220 सिंपल क्वेश्चन है सानू पता इथों जो करंट आ रहा है वो इथों जाएगा थोड़ा इधर ਨੂੰ ਜਾਏਗਾ ਥੋੜਾ ਇਧਰ ਨੂੰ ਜਾਏਗਾ ਜੋ ਅਸੀਂ ਪੈਰਲ ਚ ਪੜਿਆ ਇੱਥੋਂ ਦੀ ਹੁੰਦਾ ਹੋਇਆ ਵਾਪਸ ਇਧਰ ਨੂੰ ਆ ਜਾਏਗਾ ਸੋ ਇਹਦਾ ਮਤਲਬ ਜਿਹੜਾ ਆ ਕਰੰਟ ਸੀ ਇੱਥੇ I1 ਹੋ ਗਿਆ ਇੱਥੇ I2 ਹੋ ਗਿਆ ਕਿਉਂਕਿ ਪੈਰਲ ਚ ਕਰੰਟ ਕੀ ਹੁੰਦਾ ਡਿਫਰੈਂਟ ਔਰ ਵੋਲਟੇਜ ਕੀ ਹੁੰਦੀ ਹੈ ਸੇਮ ਸੋ ਇਹਦੇ ਵਿੱਚ ਆਪਾਂ ਕਰੰਟ ਫਾਈਂਡ ਕਰ ਲਈ I1 ਕਿੰਨਾ ਆ ਫਿਰ ਆਪਾਂ I2 ਫਾਈਂਡ ਕਰ ਲਈ ਕਿੰਨਾ ਆ तो लास्ट ਕੀ ਹੋਊਗਾ I इक्वल्स टू ਕੀ ਹੋਏਗਾ I1 plus I2 क्योंकि I भी ਤਾਂ ਜਾ ਕੇ I1 I2 ਬਣਿਆ और ਬਾਅਦ ਇਕੱਠਾ ਹੋ ਗਿਆ सो आप आ फाइंड करना सी मींस आ फाइंड करना सी कित्थों आएगा I1 plus I2 I1 कित्थों आया I1 मींस इत्थों फाइंड करना है फार्मूला सानू पता बेटा की हुंदा P इक्वल्स टू V into I पावर सानू गिवन है पहले वाली डिवाइस दी कह रहे हैं ये दूसरी पहले वाली डिवाइस दी पावर कितनी है इसकी 60 वाट मैं इसको पहला ले रहा डिवाइस ठीक है P1 ये वाली P2 ਇਹ ਚੋਂ ਕਰੰਟ ਕਿੰਨਾ ਆਇਆ ਉਹ ਅਸੀਂ ਫਾਈਂਡ ਕਰਨਾ ਵੋਲਟੇਜ ਕਿੰਨੀ ਹੈ 220 ਕਰੰਟ ਅਸੀਂ ਫਾਈਂਡ ਕਰਨਾ ਪਾਵਰ ਕਿੰਨੀ ਹੈ ਪਹਿਲੇ ਵਾਲੀ ਡਿਵਾਈਸ ਦੀ 60 so 60 divided by 220 equals to I1 crossing it is 6 by 22 equals to I1 therefore I1 equals to 3 by 11 ampere ओके इस तो फाइंड करना सेम उसी तरीके दे नाल P2 इक्वल्स टू V2 I2 V2 फिर कितना 220 ही है क्योंकि पैरेलल वोल्टेज सेम है जितनी V1 से उतनी V2 रहेगी I2 उसी फाइंड करना है और HO साडे को पावर कितनी है 100 देयरफॉर 100 by 220 इक्वल्स टू I2 कटिंग की 5 by 11 equals to I2 हो गया सो I साडे कोल की होया बेटा I1 plus I2 I1 कितना है
3/11 I2 कितना 5/11 therefore LCM is 8 ऊपर आ गया ये साडे कोल की बन गया सारा एम्पीयर therefore ये करंट कितना है बेटा 8/11 एम्पीयर जो कि है साडे कोल आंसर। इदां दे बेटा न्यूमेरिकल्स होणगे ਜਿਹੜੇ एनसीईआरटी ਦੇ ਵਿੱਚ ਹੋਰ ਹੋਣਗੇ। ਅਗਰ ਕਿਸੇ ਬੱਚੇ ਨੂੰ ਕੋਈ ਡਿਫਿਕਲਟੀ ਆਉਂਦੀ ਹੈ ਕਿਸੇ ਵੀ ਨਿਊਮੈਰੀਕਲ ਦੇ ਵਿੱਚ ਪੂਰੀ एनसीईआरटी ਦੇ ਕੁਐਸਚਨ ਦੇ ਵਿੱਚ ਇੱਕ ਟੌਪਿਕ ਸਾਡੇ ਕੋਲ ਹੋਰ ਰਹਿ ਗਿਆ ਪ੍ਰੈਕਟੀਕਲ ਜਿਵੇਂ ਜਿਹਦੇ ਪ੍ਰੈਕਟੀਕਲ ਐਪਲੀਕੇਸ਼ਨਸ ਕੀ ਨੇ ਸਾਡੇ ਕੋਲ ਪਾਵਰ ਦੇ ਔਰ એનર્ਜੀ ਦੀਆਂ ਔਰ ਲਾਸਟ ਤੇ ਇਲੈਕਟ੍ਰਿਕ ਪਾਵਰ ਹੈ। ਥੋੜਾ ਇਲੈਕਟ੍ਰਿਕ ਪਾਵਰ ਅਸੀਂ ਅੱਜ ਵੀ ਪੜ੍ਹ ਚੁੱਕੇ ਆ। ਇਲੈਕਟ੍ਰਿਕ ਪਾਵਰ ਮੀਨਸ ਸੇਮ ਹੀ ਪਾਵਰ ਠੀਕ ਹੈ ਥੋੜਾ ਜਿਹਾ ਅਸੀਂ ਅੱਜ ਵੀ ਕਰ ਲਿਆ। ਜੋ ਮੇਨ ਕੁਐਸਚਨਸ ਆ ਫਿਊਜ਼ ਦੇ ਹੋਣਗੇ ਜਾਂ ਪਾਵਰਸ ਦੇ ਰਿਗਾਰਡਿੰਗ ਹੋਣਗੇ ਉਹ ਸਭ ਕੁਐਸਚਨਸ ਆਪਾਂ ਮੇਨ ਜੋ ਕੁਐਸਚਨ ਆ ਉਹਦਾ ਇੱਕ ਆਪਾਂ ਲੈਕਚਰ ਬਣਾਵਾਂਗੇ ਜੋ ਆਪਾਂ ਕੱਲ ਕਰਾਂਗੇ। ਅੱਜ ਤੱਕ ਲਈ ਬੇਟਾ ਇੰਨਾ ਹੀ। ਉਮੀਦ ਹੈ ਤੁਹਾਨੂੰ ਲੈਕਚਰ ਪਸੰਦ ਆਇਆ ਹੋਊਗਾ। ਜੋ ਐਪਲੀਕੇਸ਼ਨਸ ਜੋ ਆਪਾਂ ਇਹਦਾ ਨਿਊਮੈਰੀਕਲ ਕੀਤਾ ਉਹ ਵੀ ਤੁਹਾਨੂੰ ਪਸੰਦ ਆਇਆ ਹੋਊਗਾ। ਜੋ ਆਪਾਂ ਇਸ ਤੋਂ ਪਹਿਲਾਂ ਥਿਊਰੀ ਪੜ੍ਹੀ ਹੈ ਹਲਕੀ ਜੀ ਉਹਦੇ ਵਿਚਕਾਰ ਬਹੁਤ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਆਪਣੇ ਕੰਮ ਆਉਣਗੀਆਂ ਉਹ ਵੀ ਤੁਹਾਨੂੰ ਪਸੰਦ ਆਈਆਂ ਹੋਣਗੀਆਂ। ਸੋ ਇਸੇ ਤਰੀਕੇ ਨਾਲ ਤੁਸੀਂ ਸਾਨੂੰ ਪਿਆਰ ਦਿੰਦੇ ਰਹੋ। ਅੱਜ ਦੇ ਲਈ ਬੇਟਾ ਇੰਨਾ ਹੀ। ਸਕਰੀਨਸ਼ਾਟ ਲੈ ਲਓ। ਕੱਲ ਤੱਕ ਲਈ ਬਾਏ ਬਾਏ। ਆਪਣਾ ਖਿਆਲ ਰੱਖੋ। ਲੌਕਡਾਊਨ ਚੱਲ ਰਿਹਾ ਹੈ।